ਗੁਰਵੇਲ ਸਿੰਘ ਮੋਟੀਵੇਸ਼ਨਲ ਸ਼ੋਅ ਵਿੱਚ ਤੁਹਾਡਾ ਦੋਸਤੋ ਨਿੱਘਾ ਸਵਾਗਤ, ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਦੋਸਤੋ, ਇਸ ਸ਼ੋਅ ਦੇ ਵਿੱਚ ਅਸੀਂ ਉਹਨਾਂ ਵਿਸ਼ਿਆਂ 'ਤੇ ਗੱਲ ਕਰਦੇ ਹਾਂ ਜਿਹੜੇ ਸਾਡੇ ਨਾਲ ਜੁੜੇ ਹੁੰਦੇ ਆ, ਜਿਨ੍ਹਾਂ ਕਰਕੇ ਅਸੀਂ ਸੁਖੀ ਜਾਂ ਦੁਖੀ ਹੁੰਦੇ ਹਾਂ, ਜਾਂ ਅਸੀਂ ਚੜ੍ਹਦੀ ਕਲਾ ਜਾਂਦੇ ਹਾਂ ਜਾਂ ਢਹਿੰਦੀ ਕਲਾ ਜਾਂਦੇ ਹਾਂ। ਅਤੇ ਦੋਸਤੋ, ਅੱਜ ਜੋ ਇੱਕ ਵਿਸ਼ਾ ਮੇਰੇ ਦਿਮਾਗ 'ਚ ਆਇਆ ਉਹ ਹੈ ਜਿੱਤ ਅਤੇ ਹਾਰ ਦਾ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜਿੱਤ ਅਤੇ ਹਾਰ ਬੜੀ ਅਹਿਮੀਅਤ ਰੱਖਦੇ ਹੈ। ਹਰ ਕੋਈ ਜਿੱਤ ਚਾਹੁੰਦਾ ਹੈ, ਪਰ ਜਿੱਤ ਜਿੰਨੇ ਅਸੀਂ ਚਾਹੁੰਦੇ ਹਾਂ ਸਾਨੂੰ ਓਨਿਆਂ ਨੂੰ ਜਿੱਤ ਮਿਲਦੀ ਨਹੀਂ, ਸਫਲਤਾ ਮਿਲਦੀ ਨਹੀਂ। ਅਤੇ ਜਦ ਕਿਸੇ ਵੀ ਚੀਜ਼ 'ਚ ਸਾਨੂੰ ਹਾਰ ਮਿਲ ਜਾਂਦੀ ਹੈ ਅਤੇ ਫਿਰ ਸਾਡੇ ਕੋਲ ਕੀ ਹੁੰਦਾ ਹੈ? ਸੁਸਾਈਡ ਕਰ ਲਵੋ, ਨਸ਼ੇ ਕਰਨ ਲੱਗ ਜਾਓ, ਜਾਂ ਢੇਰੀ ਢਾਹ ਕੇ ਬੈਠ ਜਾਓ, ਅੱਗੇ ਨਵਾਂ ਕੁਛ ਕਰਨ ਦੀ ਹਿੰਮਤ ਹੀ ਹਾਰ ਜਾਓ। ਇਹ ਬਹੁਤ ਹੁੰਦਾ ਹੈ। ਔਰ ਮੈਂ ਨਹੀਂ ਚਾਹੁੰਦਾ ਕਿ ਸਾਡਾ ਕੋਈ ਨੌਜਵਾਨ ਬੱਚਾ ਹਿੰਮਤ ਹਾਰ ਜਾਵੇ, ਉਹ ਆਤਮ ਹੱਤਿਆ ਕਰ ਲਵੇ, ਜਾਂ ਜ਼ਿੰਦਗੀ ਦੇ ਵਿੱਚ ਅੱਗੇ ਕੁਛ ਕਰਨ ਦਾ ਉਹਦੇ ਅੰਦਰ ਹੌਸਲਾ ਹੀ ਨਾ ਰਵੇ। ਇਹ ਸਭ ਕੁਝ ਹਾਰ ਤੋਂ ਪੈਦਾ ਹੁੰਦਾ ਹੈ। ਅਤੇ ਅੱਜ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹੈ ਕਿ ਹਾਰ ਵੀ ਜਿੱਤ ਜਿੰਨੀ ਹੀ ਇੰਪੋਰਟੈਂਟ ਹੈ। ਪਰ ਇਸ ਤੋਂ ਪਹਿਲੇ ਮੈਂ ਇੱਕ ਗੁਜ਼ਾਰਿਸ਼ ਕਰ ਦੇਵਾਂ ਕਿ ਤੁਸੀਂ ਇਸ ਵੀਡੀਓ ਨੂੰ ਪੂਰਾ ਸੁਣਨਾ, ਨਾਲ ਹੀ ਜੇਕਰ ਤੁਸੀਂ ਇਸ ਨੂੰ YouTube 'ਤੇ ਸੁਣ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ, ਨਾਲ ਲੱਗਾ ਬੈਲ ਆਈਕਨ ਦਾ ਬਟਨ ਵੀ ਦਬਾ ਦੇਣਾ। ਅਤੇ ਜੇਕਰ ਤੁਸੀਂ ਇਸ ਵੀਡੀਓ ਨੂੰ Facebook 'ਤੇ ਸੁਣ ਰਹੇ ਹੋ ਤਾਂ ਉੱਥੇ ਵੀ ਸਾਡੇ ਇਸ ਪੇਜ ਨੂੰ ਜਿਹੜਾ ਉਹ ਲਾਈਕ ਵੀ ਕਰੋ, ਵੀਡੀਓ ਨੂੰ ਕਮੈਂਟ ਵੀ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੋ, ਤਾਂ ਕਿ ਸਾਡੇ ਨੌਜਵਾਨ ਬੱਚਿਆਂ ਤੱਕ ਚੰਗੀਆਂ ਗੱਲਾਂ ਜਾਣੀਆਂ ਚਾਹੀਦੀਆਂ। ਅਤੇ ਆਓ ਹੁਣ ਆਪਾਂ ਕਰੀਏ ਵਿਸ਼ੇ ਦੀ ਗੱਲ। ਦੋਸਤੋ, ਜਿੱਤ ਅਤੇ ਹਾਰ ਇਹ ਦੋਵੇਂ ਹੀ ਇੱਦਾਂ ਜਿਵੇਂ ਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਇੱਕ ਪਹਿਲੂ ਦੇ ਨਾਲ ਕਦੇ ਕੋਈ ਸਿੱਕਾ ਨਹੀਂ ਬਣਿਆ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹੀ ਹੁੰਦੇ ਆ। ਔਰ ਜਦੋਂ ਅਸੀਂ ਕੋਈ ਮੈਚ ਖੇਲਣਾ ਹੁੰਦਾ ਹੈ ਨਾ, ਉਸ ਵੇਲੇ ਕੀ ਹੁੰਦਾ ਹੈ ਕਿ ਸਾਨੂੰ ਕਿਹਾ ਜਾਂਦਾ, ਦੱਸੋ ਜੀ ਤੁਸੀਂ ਕਿਹੜੀ ਪਾਸਾ ਚੁਣਨਾ ਹੈ ਇਸ ਸਿੱਕੇ ਦਾ। ਅਸੀਂ ਇੱਕ ਚੁਣਦੇ ਹਾਂ। ਉਸ ਤੋਂ ਬਾਅਦ ਜਿਹੜਾ ਕੋਚ ਜਾਂ ਰੈਫਰੀ ਹੁੰਦਾ ਹੈ ਉਹ ਸਿੱਕੇ ਨੂੰ ਉੱਪਰ ਸੁੱਟਦਾ ਹੈ, ਜਿਹੜਾ ਪਾਸਾ ਹੇਠਾਂ ਉੱਪਰ ਵਾਲੀ ਸਾਈਡ ਡਿੱਗ ਪੈਂਦਾ ਹੈ, ਔਰ ਉਸੇ ਨੂੰ ਹੀ ਜਿਹੜਾ ਵਾ ਅਸੀਂ ਕਹਿੰਦੇ ਹਾਂ ਕਿ ਇਹਨੂੰ ਪਹਿਲ ਮਿਲ ਗਈ, ਜਿੱਤ ਮਿਲ ਗਈ। ਔਰ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਅੰਦਰ ਇਹ ਚੀਜ਼ ਪਾ ਦਿੱਤੀ ਜਾਂਦੀ ਹੈ, ਜਿੱਤ ਹੀ ਚਾਹੀਦੀ ਹੈ, ਹਾਰ ਚਾਹੀਦੀ ਹੀ ਨਹੀਂ ਹੈ। ਕਿਉਂਕਿ ਇਹ ਕਰ ਦਿੱਤਾ ਜਾਂਦਾ ਹੈ ਕਿ ਹਾਰ ਜਾਣਾ ਤੇ ਮਰ ਜਾਣ ਦੇ ਨਾਲੋਂ ਵੀ ਭੈੜਾ ਹੈ। ਇਹੋ ਹੀ ਕਾਰਨ ਹੁੰਦਾ ਹੈ ਕਿ ਜਿਹੜਾ ਬੰਦਾ ਹਾਰ ਜਾਂਦਾ ਹੈ ਨਾ, ਉਹਨੂੰ ਐਵੇਂ ਲੱਗਦਾ ਕਿ ਹਾਰ ਜਾਣਾ, ਹੁਣ ਮੈਂ ਕਿਹੜਾ ਮੂੰਹ ਵਿਖਾਵਾਂਗਾ, ਸਮਾਜ ਨੂੰ ਕਿਹੜਾ ਮੂੰਹ ਵਿਖਾਵਾਂਗਾ। ਔਰ ਇਹੀ ਚੀਜ਼ ਹੈ ਜਿਹੜੀ ਉਸ ਬੰਦੇ ਨੂੰ ਬਰਬਾਦੀ ਵੱਲ ਲੈ ਜਾਂਦੀ ਹੈ। ਲਗਭਗ ਜਿੰਨੀਆਂ ਵੀ ਜ਼ਿਆਦਾ ਆਤਮ ਹੱਤਿਆਵਾਂ ਹੁੰਦੀਆਂ, ਜਿੰਨੇ ਵੀ ਸੁਸਾਈਡ ਹੁੰਦੇ ਆ, ਉਹਨਾਂ ਸੁਸਾਈਡਸ ਦੇ ਵਿੱਚ ਮੁੱਖ ਕਾਰਨ ਇਹ ਹੁੰਦਾ, ਹੁਣ ਤਾਂ ਕੁਛ ਵੀ ਨਹੀਂ ਬਚਿਆ, ਮੈਂ ਕੀ ਮੂੰਹ ਵਿਖਾਵਾਂਗਾ, ਮੈਂ ਕੀ ਕਰਾਂਗਾ। ਔਰ ਜਦੋਂ ਕਿਉਂਕਿ ਦੁਨੀਆ ਦੀ ਖਾਤਰ ਅਸੀਂ ਆਪਣੀ ਜ਼ਿੰਦਗੀ ਦਾਅ 'ਤੇ ਲਾ ਲੈਂਦੇ ਹਾਂ। ਜਿਹੜੇ ਲੋਕ ਨਸ਼ਿਆਂ ਦੇ ਵਿੱਚ ਪੈ ਜਾਂਦੇ ਆ, ਉਹਨਾਂ ਨੂੰ ਪੁੱਛੋ ਕਿ ਤੁਸੀਂ ਇਹ ਨਸ਼ੇੜੀ ਕਿਸ ਤਰ੍ਹਾਂ ਬਣੇ, ਇੱਕ ਹੀ ਜਵਾਬ ਮਿਲਦਾ, ਬਿਜ਼ਨਸ ਹਾਰ ਗਏ, ਦੁਕਾਨ ਹਾਰ ਗਏ, ਹੋਰ ਕੀ ਕਰਦੇ। ਹੁਣ ਇੰਨੀ ਟੈਨਸ਼ਨ ਹੋ ਗਈ ਸੀ, ਉਸ ਟੈਨਸ਼ਨ ਨੂੰ ਖਤਮ ਕਰਨ ਲਈ, ਘਟਾਉਣ ਲਈ ਇਹ ਕੁਝ ਤਾਂ ਕਰਨਾ ਹੀ ਪੈਣਾ ਸੀਗਾ। ਔਰ ਇਸੇ ਤਰ੍ਹਾਂ ਹੀ ਜੋ ਲੋਕ ਆਤਮ ਤੌਰ 'ਤੇ ਅਸੀਂ ਕਹਿ ਲਈਏ ਪਾਗਲ ਹੋ ਜਾਂਦੇ ਆ। ਪਾਗਲ ਕਿਉਂ ਹੁੰਦੇ ਆ ਲੋਕ? ਇਸੇ ਕਰਕੇ ਕਿ ਉਹ ਹਾਰ ਦਾ ਝਟਕਾ ਨਹੀਂ ਸਹਿ ਪਾਉਂਦੇ, ਤਾਂ ਹੀ ਪਾਗਲ ਹੋ ਜਾਂਦੇ ਆ। ਅਤੇ ਮੈਂ ਅੱਜ ਦੀ ਸ਼ੁਰੂਆਤ ਹੈ ਜਿਹੜੀ ਉਹ ਇੱਕ ਛੋਟੀ ਜਿਹੀ ਸਟੋਰੀ ਤੋਂ ਕਰਨੀ ਚਾਹੁੰਦਾ ਵਾਂ। ਅਸਲ ਵਿੱਚ ਗੱਲ ਕੋਈ 2014 ਦੀ ਹੈ, ਅਤੇ ਮੇਰੇ ਕੋਲ ਮੇਰੇ ਹੀ ਇੱਕ ਸਟੂਡੈਂਟ ਬੱਚੇ ਦਾ ਫੋਨ ਆਇਆ। ਉਹ ਬੱਚਾ ਸੀ ਜਿਹੜਾ ਬੜਾ ਪਰੇਸ਼ਾਨ ਸੀ, ਬਹੁਤ ਦੁਖੀ ਸੀ। ਅਤੇ ਉਹਦੇ ਦੁੱਖ ਦਾ ਕਾਰਨ ਇਹ ਸੀਗਾ ਕਿ ਉਸਨੇ ਪੜ੍ਹਾਈ ਤਾਂ ਬਹੁਤ ਕੀਤੀ ਸੀ, ਪਰ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਵੀ ਉਸ ਨੂੰ ਨੌਕਰੀ ਕੋਈ ਨਹੀਂ ਮਿਲ ਰਹੀ ਸੀ। ਅਤੇ ਉਹ ਇੰਨੀ ਉਦਾਸ ਸੀ ਬੱਚੀ ਕਿ ਕਹਿ ਰਹੀ ਸੀ, ਸਰ ਹੁਣ ਤਾਂ ਬਸ ਇੱਕੋ ਹੀ ਰਸਤਾ ਰਹਿ ਗਿਆ, ਔਰ ਉਹ ਹੈ ਆਤਮ ਹੱਤਿਆ ਦਾ, ਹੋਰ ਕੋਈ ਦੂਜਾ ਰਸਤਾ ਨਹੀਂ। ਮੈਂ ਚਾਹੁੰਦੀ ਹਾਂ ਕਿ ਹੁਣ ਮੈਂ ਆਤਮ ਹੱਤਿਆ ਸੁਸਾਈਡ ਕਰ ਲਵਾਂ। ਹੁਣ ਮੇਰਾ ਸਟੂਡੈਂਟ ਸੀਗੇ ਉਹ, ਅਤੇ ਮੈਂ
ਕਦੇ ਵੀ ਕੋਈ ਟੀਚਰ ਇਹ ਨਹੀਂ ਚਾਹੁੰਦਾ ਕਿ ਜਿਸ ਬੱਚੇ ਨੂੰ ਉਸਨੇ ਪੜ੍ਹਾਇਆ ਹੈ, ਪਾਲਿਆ ਪੋਸਿਆ ਹੈ, ਉਹਦਾ ਉਹ ਬੱਚਾ ਹੈ ਜਿਹੜਾ ਉਹ ਆਤਮ ਹੱਤਿਆ ਕਰ ਜਾਵੇ ਜਾਂ ਉਹ ਨਿਗਾਰ ਵੱਲ, ਢਹਿੰਦੀ ਕਲਾ ਵੱਲ ਚਲੇ ਜਾਵੇ। ਹਰ ਟੀਚਰ ਦੀ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਉਸ ਦੇ ਪੜ੍ਹੇ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਤਰੱਕੀ ਕਰਨ, ਹੋਰ ਅਗਾਂਹ ਵਧਣ। ਅਤੇ ਮੈਂ ਉਸ ਬੱਚੀ ਨੂੰ ਮਿਲਿਆ ਅਤੇ ਮਿਲਣ ਤੋਂ ਬਾਅਦ ਮੈਂ ਉਹਦੇ ਨਾਲ ਜਦ ਗੱਲ ਕੀਤੀ ਤਾਂ ਉਹਦੀ ਇੱਕੋ ਹੀ ਗੱਲ ਸੀ, ਸਰ ਕੀ ਕਰੀਏ, ਇੰਨਾ ਪੜ੍ਹਨ ਲਿਖਣ ਤੋਂ ਬਾਅਦ ਵੀ 2000 4000 ਦੀ ਨੌਕਰੀ ਵੀ ਲੱਭਣੀ ਮੁਸ਼ਕਲ ਹੋਈ ਪਈ ਹੈ ਅਤੇ ਕੀ ਕੀਤਾ ਜਾਏ। ਅਤੇ ਮੈਂ ਉਸ ਬੱਚੇ ਨੂੰ ਇਹ ਸਮਝਾਇਆ ਕਿ ਬੇਟੇ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਇਹ ਹੁੰਦਾ ਹੈ ਇਹ ਕੰਮ ਮੇਰੇ ਲਾਇਕ ਨਹੀਂ ਹੈ, ਔਰ ਦੂਸਰਾ ਇਹ ਹੁੰਦਾ ਮੈਂ ਇਹ ਵੀ ਨਹੀਂ ਕਰ ਸਕਦਾ। ਇੱਥੇ ਜਿਹੜਾ ਨਾ ਛੋਟਾ ਜਿਹਾ ਇਹ ਵੀ ਇਹੀ ਬਹੁਤ ਵੱਡਾ ਜਿਹੜਾ ਉਹ ਕਾਰਨ ਹੈ। ਅਸਲ ਵਿੱਚ ਜਦ ਅਸੀਂ ਇੱਕ ਵਾਰ ਹਾਰ ਜਾਂਦੇ ਹਾਂ, ਦੂਜੀ ਵਾਰ ਹਾਰਦੇ ਹਾਂ ਅਤੇ ਉਦੋਂ ਬਾਅਦ ਸਾਡਾ ਇੱਕ ਹੌਸਲਾ ਢਹਿ ਜਾਂਦਾ, ਸਾਨੂੰ ਐਵੇਂ ਲੱਗਦਾ ਹੁਣ ਜ਼ਿੰਦਗੀ 'ਚ ਕੁਛ ਵੀ ਚੰਗਾ ਨਹੀਂ ਹੋਣਾ। ਜਦ ਕਿ ਇੱਕ ਗੱਲ ਯਾਦ ਰੱਖੋ, ਮੈਂ ਬਾਰ-ਬਾਰ ਕਹਿੰਦਾ ਹੁੰਦਾ, ਜੋ ਸਫਲਤਾ ਦੇ ਮਹਿਲਾਂ ਨੂੰ ਰਸਤਾ ਜਾਂਦਾ ਹੈ ਉਹ ਹਾਰ ਦੀਆਂ ਝੁੱਗੀਆਂ ਦੇ ਵਿੱਚੋਂ ਹੀ ਹੋ ਕੇ ਜਾਂਦਾ ਹੈ। ਔਰ ਜਿਹੜਾ ਬੰਦਾ ਹਾਰਨਾ ਨਹੀਂ ਜਾਣਦਾ ਉਹ ਕਦੇ ਜਿੱਤ ਵੀ ਨਹੀਂ ਸਕਦਾ। ਕਿਉਂਕਿ ਮੈਨੂੰ ਅੱਜ ਵੀ ਯਾਦ ਹੈ ਜਦ ਮੈਂ ਛੋਟਾ ਹੁੰਦਾ ਸੀ, ਛੋਟੇ ਹੁੰਦਿਆਂ ਜਦ ਮੈਂ ਖੇਡਦਾ ਹੁੰਦਾ ਸੀ ਅਤੇ ਖੇਡ ਦੇ ਵਿੱਚ ਜਦ ਮੈਂ ਹਾਰ ਜਾਣਾ ਅਤੇ ਉਦੋਂ ਮੈਂ ਰੋਂਦਿਆਂ ਹੋਇਆਂ ਘਰ ਜਾਣਾ ਅਤੇ ਮੇਰੀ ਮਾਂ ਕਹਿੰਦੀ ਹੁੰਦੀ ਸੀ, ਜੇ ਹਾਰਨਾ ਨਹੀਂ ਨਾ ਸਿੱਖੇ ਫਿਰ ਖੇਡਣਾ ਵੀ ਨਹੀਂ ਸਿੱਖ ਸਕਦੇ। ਪਹਿਲਾਂ ਹਾਰਨਾ ਸਿੱਖਣਾ ਪਵੇਗਾ। ਜਿਵੇਂ ਖਿਡਾਰੀ ਹੁੰਦੇ ਹੈ, ਖਿਡਾਰੀ ਹਾਰਨਾ ਸਿੱਖਦੇ ਆ, ਉਹਨਾਂ ਨੂੰ ਪਤਾ ਹੈ ਕਿ ਜੇ 5 ਟੀਮਾਂ ਖੇਡ ਰਹੀਆਂ ਉਹਨਾਂ 5 ਦੇ ਵਿੱਚੋਂ ਟਰੋਫੀ ਤਾਂ ਇੱਕ ਨੂੰ ਹੀ ਮਿਲਣੀ ਆ, ਬਾਕੀਆਂ ਨੇ ਤਾਂ ਹਾਰਨਾ ਹੀ ਹਾਰਨਾ। ਇਸੇ ਤਰ੍ਹਾਂ ਹੀ ਹਾਰ ਦੀ ਗੱਲ ਨਹੀਂ। ਅਤੇ ਉਸ ਬੱਚੀ ਨੂੰ ਮੈਂ ਇਹੀ ਗੱਲ ਸਮਝਾਈ ਕਿ ਬੇਟੇ ਯਾਦ ਰੱਖ, ਪਹਿਲੀ ਤਾਂ ਗੱਲ ਇਹ ਹੈ ਤੂੰ ਬਹੁਤ ਕੁਛ ਕਰ ਸਕਦੀ ਹੈ, ਐਸਾ ਨਹੀਂ ਕਿ ਤੂੰ ਕੁਝ ਨਹੀਂ ਕਰ ਸਕਦੀ। ਜੇ ਕਰਨਾ ਤਾਂ ਇੱਦਾਂ ਕਰ, ਇਹਨਾਂ ਹਾਰਾਂ ਤੋਂ ਸਿੱਖ। ਤੇਰਾ ਇੰਟਰਸਟ ਕੀ ਹੈ? ਕਹਿੰਦੀ ਜੀ ਮੇਰਾ ਇੰਟਰਸਟ ਹੈ ਜਿਹੜਾ ਉਹ ਹੈ ਦੂਸਰਾ ਟੀਚਿੰਗ ਦੇ ਵਿੱਚ। ਅਤੇ ਮੈਂ ਕਿਹਾ ਤੂੰ ਟੀਚਿੰਗ ਘਰ ਤੋਂ ਸਟਾਰਟ ਕਰ ਦੇ, ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦੇ ਔਰ ਗੱਲ ਬਣ ਜਾਏਗੀ। ਔਰ ਉਸਨੇ ਸ਼ੁਰੂ ਕੀਤਾ। ਪਹਿਲੇ ਨਿਰਾਸ਼ਾ ਹੱਥ ਲੱਗੀ ਕਿਉਂਕਿ ਇਹ ਜ਼ਰੂਰੀ ਹੈ, ਜਦੋਂ ਤੁਸੀਂ ਕੋਈ ਵੀ ਕੰਮ ਪਹਿਲੀ ਵਾਰ ਕਰੋਗੇ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਨਹੀਂ ਮਿਲਣੀ, ਔਰ ਜੇਕਰ ਸਫਲਤਾ ਮਿਲ ਵੀ ਜਾਏਗੀ ਉਹ ਕੋਈ ਬਹੁਤ ਵੱਡੀ ਸਫਲਤਾ ਨਹੀਂ ਹੋਵੇਗੀ। ਧੈਰਯ ਦੀ ਬੜੀ ਵੱਡੀ ਜ਼ਰੂਰਤ ਹੁੰਦੀ ਹੈ ਹਰ ਕੰਮ ਦੇ ਵਿੱਚ। ਅਤੇ ਉਸਨੇ ਸ਼ੁਰੂ ਕੀਤਾ। ਪਹਿਲਾਂ ਉਹਦੇ ਕੋਲ ਇੱਕ ਬੱਚਾ ਪੜ੍ਹਨ ਲਈ ਆਇਆ, 2 ਆਏ, 4 ਆਏ, ਅੰਤ ਨੂੰ ਉਸ ਦੇ ਕੋਲ 40 ਬੱਚੇ ਸਵੇਰੇ 40 ਸ਼ਾਮ ਨੂੰ ਪੜ੍ਹ ਰਹੇ ਸਨ। ਗੱਲ ਇਹ ਹੈ ਤੁਸੀਂ ਹਾਰੇ ਤਦ ਹੋ ਜੇ ਤੁਸੀਂ ਆਪਣੇ ਦਿਲ ਤੋਂ ਹਾਰ ਗਏ। ਜੇ ਤੁਸੀਂ ਦਿਲ ਤੋਂ ਨਹੀਂ ਹਾਰੇ, ਹਾਰ ਨੂੰ ਇੱਕ ਲੈਸਨ ਦੇ ਰੂਪ ਦੇ ਵਿੱਚ ਲਿਆ ਅਤੇ ਤਦ ਗੱਲ ਬਣੇਗੀ। ਯਾਦ ਰੱਖੋ ਜੋ ਫੁੱਟਬਾਲ ਹੁੰਦਾ ਹੈ ਨਾ, ਫੁੱਟਬਾਲ ਨੂੰ ਜਿੰਨਾ ਤੁਸੀਂ ਹੇਠਾਂ ਨੂੰ ਦਬਾਓਗੇ ਓਨਾ ਹੀ ਉੱਪਰ ਨੂੰ ਉਛਲੇਗਾ। ਇਸੇ ਤਰ੍ਹਾਂ ਦੀ ਹੀ ਸਾਡੀ ਸੋਚ ਚਾਹੀਦੀ ਹੈ। ਹਾਰ ਸਾਡੇ ਕੋਲ ਨਹੀਂ ਚਾਹੀਦੀ। ਕਿਉਂਕਿ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਖਾਲਸਾ ਪੰਥ ਸਾਜਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਤਲਬ ਕਿ ਜਿੱਤ ਹੈ ਜਿਹੜੀ ਜਿੱਤ ਹੁੰਦੀ ਹੈ, ਪਰ ਜਿੱਤ ਦੇ ਵਾਸਤੇ ਤੁਹਾਨੂੰ ਹਾਰ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਹਾਰਾਂ ਹੀ ਬੰਦੇ ਨੂੰ ਮਜ਼ਬੂਤ ਬਣਾਉਂਦੀਆਂ ਨੇ। ਜਰਾ ਸੋਚਿਓ ਜੇ, ਮੈਂ ਕਈ ਵਾਰ ਕਹਿੰਦਾ ਹੁੰਦਾ ਜਦ ਕੁਛ ਗਲਤ ਹੋ ਰਿਹਾ ਹੁੰਦਾ ਹੈ ਨਾ, ਅਤੇ ਗਲਤ ਦੇ ਵਿੱਚ ਵੀ ਬਹੁਤ ਕੁਝ ਚੰਗਾ ਹੋ ਰਿਹਾ ਹੁੰਦਾ ਹੈ। ਗਲਤ ਦੇ ਵਿੱਚ ਵੀ ਬਹੁਤ ਕੁਝ ਚੰਗਾ ਹੋ ਰਿਹਾ ਹੁੰਦਾ। ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ। ਤੁਸੀਂ ਕਿਤੇ ਦੇਖੋ, ਜਦੋਂ ਗੰਗਾ ਨਦੀ ਪਹਾੜਾਂ ਤੋਂ ਹੇਠਾਂ ਉਤਰਦੀ ਹੈ ਰਿਸ਼ੀਕੇਸ਼ ਨੂੰ, ਤਾਂ ਉਦੋਂ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਬਹੁਤ ਸਾਰੇ ਪੱਥਰ ਵੀ ਰੁੜ੍ਹਦੇ ਆਉਂਦੇ ਆ। ਉਹ ਪੱਥਰ ਜਦ ਰੁੜ੍ਹਦੇ ਆ ਅਤੇ ਰੁੜ੍ਹਦਿਆਂ ਉਹ ਗੋਲ ਹੁੰਦੇ ਜਾਂਦੇ ਆ। ਹੁਣ ਇੱਕ ਪਾਸੇ 'ਤੇ ਦੇਖੀਏ ਤਾਂ ਇਹ ਬਹੁਤ ਕੁਛ ਬੁਰਾ ਹੋ ਰਿਹਾ ਹੁੰਦਾ ਹੈ ਉਹਨਾਂ ਪੱਥਰਾਂ ਦੇ ਨਾਲ, ਕਿਉਂਕਿ ਉਹਨਾਂ ਨੂੰ ਬੜੀਆਂ ਜ਼ਿਆਦਾ ਸੱਟਾਂ ਸਹਿਣੀਆਂ ਪੈ ਰਹੀਆਂ ਨੇ। ਉਹ ਪੱਥਰ ਆਪਣੀ ਜਗ੍ਹਾ ਤੋਂ ਪਾਣੀ ਰੋੜ ਕੇ ਲੈ ਗਿਆ ਉਹਨਾਂ ਨੂੰ। ਪਰ ਉਹੀ ਵਹਾਅ ਦੇ ਵਿੱਚ ਜਿੰਨੀਆਂ ਉਹਨਾਂ ਪੱਥਰਾਂ ਨੇ ਜ਼ਿਆਦਾ ਠੋਕਰਾਂ ਖਾਧੀਆਂ ਹੁੰਦੀਆਂ,
ਉਨੇ ਹੀ ਉਹ ਪੱਥਰ ਜ਼ਿਆਦਾ ਪੂਜਨਯੋਗ ਬਣ ਜਾਂਦੇ ਆ। ਜਦੋਂ ਉਹ ਰਿਸ਼ੀਕੇਸ਼ ਆ ਕੇ ਗੰਗਾ ਨਦੀ ਦੇ ਕਿਨਾਰੇ 'ਤੇ ਲੱਗਦੇ ਆ ਔਰ ਉਸ ਜਗ੍ਹਾ ਤੋਂ ਭਗਤ ਜਨਾਂ ਨੂੰ ਮਿਲਦੇ ਆ, ਭਗਤ ਜਨ ਉਹਨਾਂ ਨੂੰ ਲੈ ਕੇ ਖੁਸ਼ ਹੁੰਦੇ ਆ ਕਿ ਦੇਖੋ ਜੀ ਦੇਖੋ, ਗੰਗਾ ਮਈਆ ਨੇ ਸਾਨੂੰ ਸ਼ਿਵਲਿੰਗ ਦਿੱਤਾ ਹੈ, ਇਸ ਸ਼ਿਵਲਿੰਗ ਨੂੰ ਹੁਣ ਅਸੀਂ ਘਰ 'ਚ ਸਜਾ ਕੇ ਇਹਦੀ ਪੂਜਾ ਕਰਾਂਗੇ। ਔਰ ਮੈਂ ਤਾਂ ਕਹਿੰਦਾ ਹੁੰਦਾ, ਇਹ ਪੱਥਰ ਕਦੇ ਤੂੰ ਜ਼ਾਹਿਲ ਪੱਥਰ ਥਾ, ਬਸ ਥੋੜਾ ਸਾ ਤਰਾਸ਼ਾ तो भगवान बन गया। और जो मुश्किलां ने, जो मुसीबतां ने, ये सानू तराश दियां, ये मजबूत कर दियां। और याद रखो, उही लोहा फौलाद बनता है जिहड़ा लोहा सब तो ज़्यादा सट्टां झल्लदा है, उही लोहा फौलाद बनता है। कोयलियां दे विचों उही कोयला हीरा बनता है जिहड़ा कोयला सब तो ज़्यादा तपश झल्लदा है। और इसे तरह ही मित्रों, हार तो हारना नहीं है, ਇਹ ਹਾਰ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਔਰ ਹਾਰ ਤੇ ਜਿੱਤ ਦੋਵੇਂ ਹੀ ਬਰਾਬਰ ਦੀਆਂ ਜ਼ਿੰਮੇਵਾਰ ਹੈ, ਇਹ ਦੋਨੋਂ ਨੇ ਇਕੱਠਿਆਂ ਹੀ ਚੱਲਣਾ ਹੈ। ਯਾਦ ਰੱਖੋ, ਜਦੋਂ ਤੁਸੀਂ ਲੱਗਦਾ ਹੈ ਅਸਫਲ ਹੋ ਰਹੇ ਹੋ, ਤੁਸੀਂ ਅਸਲ 'ਚ ਅਸਫਲ ਨਹੀਂ ਹੋ ਰਹੇ, ਅੰਦਰੋਂ ਤੁਸੀਂ ਪੱਕ ਰਹੇ ਹੋ, ਹੋਰ ਵਧੀਆ ਹੋ ਰਹੇ ਹੋ। ਔਰ ਕਿਸੇ ਸਮੇਂ ਉਹੀ ਪਰਪੱਕਤਾ ਤੁਹਾਨੂੰ ਜ਼ਿੰਦਗੀ 'ਚ ਅੱਗੇ ਲੈ ਕੇ ਚਲੀ ਜਾਏਗੀ। ਮੈਂ ਇੱਕ ਬੜੀ ਪਿਆਰੀ ਜੀ ਸਟੋਰੀ ਹੈ ਜਿਹੜੀ ਉਹ डॉक्टर विजय अग्रवाल ਦੀ ਸੁਣੀ ਸੀ। ਡਾਕਟਰ ਵਿਜੇ ਅਗਰਵਾਲ ਬਹੁਤ ਸੋਹਣਾ ਲਿਖਦੇ ਹੈ, ਉਹਨਾਂ ਦਾ ਕੋਈ ਮੁਕਾਬਲਾ ਨਹੀਂ, ਭੋਪਾਲ ਦੇ ਰਹਿਣ ਵਾਲੇ ਹੈ। ਔਰ ਉਹਨਾਂ ਨੇ ਇੱਕ ਕਿਤਾਬ ਵੀ ਇਹ ਲਿਖੀ ਹੈ ਕਿ ਅਸਫਲ ਹੋਣਾ ਹੀ ਜ਼ਰੂਰੀ ਹੈ। ਜੇਕਰ ਤੁਸੀਂ ਅਸਫਲ ਨਹੀਂ ਹੋ ਰਹੇ ਤੇ ਤੁਸੀਂ ਸਫਲਤਾ ਤੱਕ ਵੀ ਨਹੀਂ ਪਹੁੰਚ ਸਕਦੇ। ਔਰ ਇਸੇ ਤਰ੍ਹਾਂ ਹੀ ਇੱਕ ਬਿੱਲੀ ਲਿਮ ਨਾਮ ਦਾ ਵਿਅਕਤੀ ਹੈ ਮਲੇਸ਼ੀਆ ਦਾ, ਉਸਨੇ ਵੀ ਬਹੁਤ ਵਧੀਆ ਇੱਕ ਕਿਤਾਬ ਲਿਖੀ ਹੈ कि डेयर टू अनसक्सैसफुल, मतलब कि इस तरीके का नाम है। ਉਹਦਾ भी है कि असफल होने ਦੀ, ਹਾਰਨ ਦੀ ਸਮਰੱਥਾ। ਔਰ ਯਾਦ ਰੱਖੋ, ਜਿੰਨੀ ਤੁਹਾਡੇ ਵਿੱਚ ਹਾਰਨ ਦੀ ਸਮਰੱਥਾ ਹੋਵੇਗੀ, ਉਨੀ ਹੀ ਤੁਹਾਡੇ ਵਿੱਚ ਜਿੱਤ ਦੀ ਸਮਰੱਥਾ ਆ ਜਾਵੇਗੀ। ਕਿਉਂਕਿ ਮੈਨੂੰ ਰਜਨੀਸ਼ ਓਸ਼ੋ ਦੀ ਇਹ ਗੱਲ ਬੜੀ ਚੰਗੀ ਲੱਗਦੀ ਹੈ ਕਿ ਜਿੰਨਾ ਤੁਸੀਂ ਜਿੱਤ ਨੂੰ ਚਾਹੁੰਦੇ ਹੋ, ਜੇ ਕਿਤੇ ਓਨਾ ਹੀ ਤੁਸੀਂ ਹਾਰ ਨੂੰ ਵੀ ਸਵੀਕਾਰ ਕਰਨਾ ਸ਼ੁਰੂ ਕਰ ਦੇਵੋ, ਤੁਹਾਡੀ ਗੱਲ ਬਣ ਜਾਏਗੀ। ਕਿਉਂਕਿ ਤੁਸੀਂ ਜ਼ਿੰਦਗੀ ਦੇ ਵਿੱਚ ਜਿੱਤਣਾ ਹੈ। ਅਤੇ ਮੈਂ ਫਿਰ ਕਹਿ ਦੇਵਾਂ, ਜਿੱਤਾਂ ਦੇ ਰਸਤੇ ਹਾਰਾਂ ਦੇ ਵਿੱਚ ਦੀ ਹੋ ਕੇ ਹੀ ਗੁਜ਼ਰਦੇ ਹੈ। ਔਰ ਯਾਦ ਰੱਖੋ, ਹਾਰਾਂ ਫਾਲਤੂ ਨਹੀਂ ਹੈ, ਹਾਰ ਇਸੇ ਤਰ੍ਹਾਂ ਹੀ ਹੁੰਦੀ ਹੈ। ਜਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਨਾ, ਇੱਕ ਟੇਬਲ ਬਣਾਉਣ ਵਾਲਾ ਕਾਰਪੈਂਟਰ ਹੈ। ਹੁਣ ਟੇਬਲ ਬਣਾਉਣ ਵਾਲਾ ਕਾਰਪੈਂਟਰ ਹੈ ਜਿਹੜਾ, ਉਹ ਜਦੋਂ ਲੱਕੜੀ ਨੂੰ ਕੱਟਦਾ ਅਤੇ ਉਹਦੀ ਲੱਕੜੀ ਦੇ ਵਿੱਚੋਂ ਬਹੁਤ ਸਾਰੇ ਟੁਕੜੇ ਆ ਜਿਹੜੇ ਉਹ ਵਿਅਰਥ ਹੋ ਜਾਂਦੇ ਆ, ਵੇਸਟੇਜ ਜਿਸ ਨੂੰ ਆਪਾਂ ਕਹਿੰਦੇ ਹਾਂ, ਵੇਸਟੇਜ ਬਣ ਜਾਂਦੀ। ਹੁਣ ਉਹ ਜਿਹੜੀ ਵੇਸਟੇਜ ਹੈ, ਉਸ ਤੋਂ ਉਹ ਦੁਖੀ ਨਹੀਂ ਹੁੰਦਾ ਕਿ ਹਾਏ ਇੰਨਾ ਕੁਝ ਵੇਸਟੇਜ ਕਿਉਂ ਹੋ ਗਿਆ। ਔਰ ਜੇਕਰ ਇੱਕ ਮੇਜ਼ ਬਣਾਉਣਾ ਹੈ ਅਤੇ ਉਹਦੇ ਵਿੱਚੋਂ ਕੁਝ ਲੱਕੜੀਆਂ ਨੇ ਵੇਸਟ ਹੋਣਾ ਹੀ ਹੋਣਾ ਹੈ। ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਸਫਲਤਾ ਦੇ ਰਾਹ 'ਤੇ ਚੱਲਣਾ ਹੈ, ਅਤੇ ਸਫਲਤਾ ਦੇ ਰਾਹ 'ਤੇ ਚੱਲਣ ਵਾਲਿਆਂ ਦੇ ਰਸਤੇ 'ਚ ਹਾਰਾਂ ਵੀ ਆਉਣੀਆਂ ਹੀ ਆਉਣੀਆਂ ਹੈ। ਪਰ ਉਹਨਾਂ ਹਾਰਾਂ ਨੂੰ ਤੁਸੀਂ ਬਰਦਾਸ਼ਤ ਕਿਸ ਤਰ੍ਹਾਂ ਕਰਦੇ ਹੋ? ਕਿਉਂਕਿ ਜ਼ਿੰਦਗੀ 'ਚ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ, ਤਿੰਨ ਤਰ੍ਹਾਂ ਦੇ। ਇੱਕ ਉਹ ਹੁੰਦੇ ਆ ਜਿਹੜੇ ਗਿਰੇ ਪਰ ਗਿਰਨ ਤੋਂ ਬਾਅਦ ਫਿਰ ਉੱਠੇ, ਹੌਸਲੇ ਦੇ ਨਾਲ, ਸਿਦਕ ਦੇ ਨਾਲ, ਦ੍ਰਿੜਤਾ ਦੇ ਨਾਲ, ਚੜ੍ਹਦੀ ਕਲਾ ਦੇ ਨਾਲ, ਔਰ ਉਹ ਫਿਰ ਅੱਗੇ ਵਧੇ ਔਰ ਮੈਦਾਨ ਜਿੱਤ ਗਏ। ਦੂਸਰੇ ਉਹ ਹੁੰਦੇ ਨੇ ਜਿਹੜੇ ਡਿੱਗੇ ਔਰ ਡਿੱਗਣ ਤੋਂ ਬਾਅਦ ਉੱਠੇ ਪਰ ਲੰਗੜਾ ਕੇ ਚੱਲਣਾ ਸ਼ੁਰੂ ਕਰ ਦਿੱਤਾ। ਤੀਸਰੇ ਉਹ ਹੁੰਦੇ ਨੇ ਜਿਹੜੇ ਜਿੱਥੇ ਗਿਰ ਗਏ ਉੱਥੇ ਹੀ ਡਿੱਗੇ ਰਹੇ, ਜ਼ਿੰਦਗੀ 'ਚ ਅੱਗੇ ਨਾ ਵਧੇ। ਦੋਸਤੋ, ਮੈਂ ਕਹਿੰਦਾ ਐਸੇ ਬਣੋ, ਕਿਉਂਕਿ ਜੋ ਵੀ ਬਣਨਾ ਤੁਸੀਂ ਬਣਨਾ ਹੈ, ਤੁਹਾਡੀ ਸੋਚ ਨੇ ਬਣਨਾ ਹੈ। ਜੇ ਤੁਹਾਡੀ ਸੋਚ ਵਧੀਆ ਹੋ ਗਈ, ਗੱਲ ਬਣ ਜਾਏਗੀ। ਹਾਂ, ਮੈਂ ਇੱਕ ਗੱਲ ਕਹਿ ਦੇਵਾਂ, ਪਹਿਲੀ ਗੱਲ, ਕੋਈ ਵੀ ਤੁਸੀਂ ਜਦੋਂ ਫੈਸਲਾ ਲੈਣਾ ਹੈ, ਉਦੋਂ ਫੈਸਲਾ ਲੈਣ ਤੋਂ ਪਹਿਲਾਂ ਸੋਚ ਸਮਝ ਲਵੋ। ਪਹਿਲੇ ਫੈਸਲਾ ਲੈਣ ਲੱਗਿਆ ਥੋੜ੍ਹਾ ਬਹੁਤਾ ਇੱਧਰ ਉੱਧਰ ਦੇਖ ਲਵੋ, ਉਹਦੀ ਸਟੱਡੀ ਕਰ ਲਵੋ ਸਾਰੀਆਂ ਚੀਜ਼ਾਂ ਦੀ। ਹਾਂ, ਜਦੋਂ ਫੈਸਲਾ ਲੈ ਲਵੋ, ਉਦੋਂ ਦ੍ਰਿੜਤਾ ਦੇ ਨਾਲ ਉਸ ਚੀਜ਼ ਦੇ ਪਿੱਛੇ ਪੈ ਜਾਓ, ਫਿਰ ਉਹਨੂੰ ਵਿੱਚ ਨਾ ਛੱਡੋ। ਘੱਟੋ ਘੱਟ ਜਦੋਂ ਤੁਸੀਂ ਕਰੋਗੇ, ਹੋਰ ਕੁਝ ਨਹੀਂ, ਤੁਹਾਨੂੰ ਇਹ ਤਾਂ ਮਿਲੇਗਾ ਕਿ ਇਹ ਚੀਜ਼ ਦਾ ਤਜਰਬਾ ਤਾਂ ਹੋ ਗਿਆ। ਔਰ ਤਜਰਬੇ ਬੜੇ ਕੰਮ ਆਉਂਦੇ ਜੇ ਜ਼ਿੰਦਗੀ 'ਚ। ਮੈਂ ਇਹੀ ਕਹਿੰਦਾ, ਜੇ ਜ਼ਿੰਦਗੀ ਦੇ ਵਿੱਚ
ਸਨਮਾਨ ਲੈਣਾ ਤੇ ਤਜਰਬੇ ਲੈਣੇ ਪੈਣੇ ਆ, ਕਿਉਂਕਿ ਤਜਰਬੇਕਾਰ ਲੋਕ ਹੀ ਇਸ ਜ਼ਿੰਦਗੀ ਦੇ ਅਸਲ ਸ਼ਾਹ ਸਵਾਰ ਬਣਦੇ ਆ, ਚਾਹੇ ਉਹ ਹਾਰੇ ਹੁੰਦੇ ਆ। ਤਜਰਬੇ ਦਾ ਨਾਮ ਹੀ ਇਹੋ ਹੈ ਕਿ ਇਸ ਬੰਦੇ ਨੇ ਇਸ ਖੇਤਰ ਦੇ ਵਿੱਚ ਇੰਨੇ ਜ਼ਿਆਦਾ ਧੱਕੇ ਖਾਧੇ ਆ। ਤਜਰਬਿਆਂ ਦਾ ਮਤਲਬ ਹੀ ਇਹੋ ਹੁੰਦਾ ਇਹਨੇ ਇੰਨੇ ਫੇਲੀਅਰ ਇਸ ਖੇਤਰ ਦੇ ਵਿੱਚ ਵੇਖੇ ਹੈ। ਫੇਲੀਅਰ ਵੇਖਣਾ ਕੋਈ ਬੁਰੀ ਚੀਜ਼ ਨਹੀਂ। ਹਾਂ, ਇੱਥੇ ਮੈਂ ਇੱਕ ਚੀਜ਼ ਕਹਿ ਦੇਵਾਂ, ਪਹਿਲੇ ਇਹ ਦੇਖ ਲਵੋ ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਕੀ ਉਹ ਤੁਹਾਡੇ ਅੰਦਰ ਦੀ ਆਵਾਜ਼ ਤੁਹਾਡੀ ਆਪਣੀ ਇੱਛਾ ਦੀ ਹੈ ਜਾਂ ਤੁਸੀਂ ਸਮਾਜ ਵੱਲ ਦੇਖ ਕੇ ਚਾਹੁੰਦੇ ਹੋ। ਫੋਰ ਦੀ ਐਗਜ਼ਾਮਪਲ ਮੈਂ ਐਵੇਂ ਇਹਨੂੰ ਲੈ ਲਵਾਂ, ਕਾਰਨ ਇਹ ਹੈ ਕਿ ਇੱਕ ਵਾਰ ਮੈਂ ਆਪਣੇ ਪਿੰਡ ਗਿਆ ਔਰ ਉਹਨਾਂ ਦਿਨਾਂ 'ਚ ਨਾ ਸਾਡੇ ਪਿੰਡਾਂ ਨੂੰ ਟਾਂਗੇ ਚੱਲਦੇ ਹੁੰਦੇ ਸੀ ਔਰ ਟਾਂਗੇ 'ਤੇ ਮੈਂ ਬੈਠਾ ਜਾ ਰਿਹਾ ਸੀ ਅਤੇ ਪਿੰਡ ਦੇ ਵਿੱਚੋਂ ਹੀ ਸਾਡੀ ਪਹਿਚਾਣ ਦੀ ਇੱਕ ਤਾਈ ਬਿਰਧ ਮਾਤਾ ਮਿਲ ਗਈ ਅਤੇ ਉਸ ਬਿਰਧ ਮਾਤਾ ਨੇ ਮੈਨੂੰ ਇੱਕ ਡਾਇਲੋਗ ਬੋਲਿਆ ਕਿ ਗੁਰਵੇਲ ਕਿਤੇ ਨੌਕਰੀ ਲੱਗ ਗਈ ਹੈ ਜਾਂ ਅਜੇ ਵੀ ਮਾਸਟਰੀ ਕਰਦਾ ਫਿਰਦਾ, ਕਿਉਂਕਿ ਉਹਦੀਆਂ ਨਜ਼ਰਾਂ ਦੇ ਵਿੱਚ ਮਾਸਟਰੀ ਨੌਕਰੀ ਨਹੀਂ ਹੁੰਦੀ ਸੀ। ਉਹਨੂੰ ਇਹ ਲੱਗਦਾ ਹੈ ਕਿ ਟੀਚਿੰਗ ਕਰਨਾ ਕੋਈ ਨੌਕਰੀ ਥੋੜ੍ਹਾ ਹੈ। ਔਰ ਮੈਂ ਵੀ ਉਸ ਵੇਲੇ ਸੋਚਣ ਲੱਗ ਗਿਆ ਕਿ ਵਾਕਿਆ ਯਾਰ ਕੋਈ ਨੌਕਰੀ ਚੰਗੀ ਚੀਜ਼ ਚਾਹੀਦੀ ਹੈ, ਮਾਸਟਰੀ ਕੋਈ ਨੌਕਰੀ ਥੋੜ੍ਹਾ। ਇਹਦਾ ਮਤਲਬ ਇਹ ਸੀ ਕਿ ਉਹਨਾਂ ਲੋਕਾਂ ਦੇ ਨਜ਼ਰੀਏ ਦੇ ਨਾਲ ਦੇਖਣਾ, ਲੋਕ ਕੀ ਚਾਹੁੰਦੇ। ਇਸੇ ਤਰ੍ਹਾਂ ਹੀ ਹੈ ਕਿ ਜੇਕਰ ਹੁਣ ਤੁਸੀਂ ਦੇਖੋ ਨਾ ਆਸ-ਪਾਸ ਕਿਤੇ ਵੀ ਜੇਕਰ ਗੱਲ ਚੱਲੇਗੀ, ਮਾਸਟਰਾਂ ਦੀ ਤੇ ਗੱਲ ਕਿਤੇ ਨਹੀਂ ਚੱਲਦੀ। ਲੋਕ ਤੇ ਗੱਲ ਕਰਨਗੇ ਤੇ ਡੀਸੀ ਦੀ ਕਰਨਗੇ, ਐਸਪੀ ਦੀ ਕਰਨਗੇ, ਜੱਜ ਦੀ ਕਰਨਗੇ, ਔਰ ਮਾਸਟਰਾਂ ਦੀਆਂ ਗੱਲਾਂ ਕਿੱਥੇ ਹੁੰਦੀਆਂ, ਕਿਉਂਕਿ ਇਹ ਸਮਾਜ ਦਾ ਨਜ਼ਰੀਆ ਹੈ। ਸਮਾਜ ਐਸੇ ਸੋਚਦਾ ਹੈ ਕਿ ਨੌਕਰੀਆਂ ਤੇ ਉਹ ਜਿਸ ਦੇ ਵਿੱਚ ਵੱਡੀ ਕੋਠੀ ਹੋਵੇ, ਜਿਸ ਦੇ ਵਿੱਚ ਕਾਰ ਤੇ ਬੱਤੀ ਲੱਗੀ ਹੋਵੇ, ਜਿਸ ਦੇ ਵਿੱਚ ਨਾਲ 3-4 ਜਾਣੇ ਗਨਮੈਨ ਚੱਲਣ। ਹੁਣ ਸਮਾਜ ਨੇ ਉਹ ਚੀਜ਼ਾਂ ਪਰੋਸ ਦਿੱਤੀਆਂ ਤੇ ਉਹ ਸਾਡੇ ਦਿਮਾਗ ਦੇ ਵਿੱਚ ਬੈਠ ਗਈਆਂ। ਕਈ ਵਾਰ ਐਸਾ ਹੋਇਆ ਕਿ ਅਸੀਂ ਸਮਾਜ ਦੀਆਂ ਚੀਜ਼ਾਂ ਲੈ ਲਈਆਂ। ਔਰ ਇਹ ਇਸੇ ਤਰ੍ਹਾਂ ਹੁੰਦਾ ਵਾ ਜਿਵੇਂ ਕਿਸੇ ਦੂਸਰੇ ਦੀ ਜੁੱਤੀ ਮੈਂ ਪਹਿਨਣੀ ਚਾਹਾਂ, ਔਰ ਜਦ ਮੈਂ ਕਿਸੇ ਦੂਸਰੇ ਦੀ ਜੁੱਤੀ ਪਹਿਨਣੀ ਚਾਹਾਂਗਾ ਤੇ ਉਹ ਜੁੱਤੀ ਮੈਨੂੰ ਪੂਰੀ ਨਹੀਂ ਆਣੀ, ਉਹਨੇ ਮੇਰੇ ਪੈਰ ਤੋੜਨੇ ਹੀ ਤੋੜਨੇ ਆ। ਔਰ ਇਸੇ ਤਰ੍ਹਾਂ ਹੀ ਸਮਾਜ ਦੇ ਨਜ਼ਰੀਏ ਨੂੰ ਆਪਣਾ ਨਜ਼ਰੀਆ ਬਣਾ ਲੈਣਾ ਇਹ ਵੀ ਕਈ ਵਾਰ ਗਲਤ ਹੁੰਦਾ ਹੈ। ਇਸ ਲਈ ਤੁਸੀਂ ਇਹ ਦੇਖੋ ਤੁਹਾਡੀ ਪੋਟੈਂਸ਼ੀਅਲ ਕੀ ਹੈ, ਤੁਹਾਡਾ ਇੰਟਰਸਟ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਖਾਸ ਕਰਕੇ ਉਹ ਚੀਜ਼ਾਂ ਕਰੋ। ਪਰ ਇੱਥੇ ਨਾਲ ਦੀ ਨਾਲ ਇੱਕ ਗੱਲ ਮੈਂ ਜ਼ਰੂਰ ਹੋਰ ਕਹਿ ਦੇਵਾਂ, ਉਹ ਗੱਲ ਮੇਰੀ ਨਹੀਂ, ਉਹ ਹੈ ਹਰਿਵੰਸ਼ ਰਾਏ ਬਚਨ ਦੀ, ਜੋ ਕਿ ਅਮਿਤਾਭ ਬੱਚਨ ਸਾਹਿਬ ਦੇ ਪਿਤਾ ਜੀ ਸਨ। ਔਰ ਅਮਿਤਾਭ ਬੱਚਨ ਸਾਹਿਬ ਨੂੰ ਹਮੇਸ਼ਾ ਹੀ ਕਹਿੰਦੇ ਹੁੰਦੇ ਸੀ, ਬੇਟਾ ਜੇ ਮਨ ਦੀ ਹੋ ਜਾਏ ਤਾਂ ਚੰਗਾ, ਜੇ ਮਨ ਦੀ ਨਾ ਵੀ ਹੋਏ ਤਾਂ ਹੋਰ ਚੰਗਾ। ਔਰ ਇਸ ਲਈ ਹਾਰ ਨੂੰ ਕਦੇ ਵੀ ਮਨ 'ਤੇ ਨਾ ਲਾਹੋ ਕਿ ਮੈਂ ਜੋ ਚਾਹੁੰਦਾ ਸੀ ਉਹ ਨਹੀਂ ਮਿਲਿਆ, ਔਰ ਇੱਦਾਂ ਲੈ ਕੇ ਚੱਲੋ ਜੋ ਹੋਣਾ ਸੀ ਹੋ ਗਿਆ, ਬਸ ਬੇਪਰਵਾਹ ਔਰ ਅੱਗੇ ਵਧਦੇ ਜਾਓ ਜ਼ਿੰਦਗੀ 'ਚ। ਇੱਥੇ ਮੈਂ ਇੱਕ ਚੀਜ਼ ਨਾਲ ਹੋਰ ਜੋੜ ਦੇਵਾਂ, ਹਰ ਬੰਦੇ ਨੂੰ ਆਪਣਾ ਮਾਤਾ ਪਿਤਾ ਪਿਆਰਾ ਹੁੰਦਾ ਹੈ, ਹਰ ਬੰਦੇ ਨੂੰ ਆਪਣਾ ਘਰ ਪਿਆਰਾ ਹੁੰਦਾ ਹੈ, ਹਰ ਬੰਦੇ ਨੂੰ ਆਪਣੇ ਬੱਚੇ ਪਿਆਰੇ ਹੁੰਦੇ ਆ। ਪਰ ਜਰਾ ਸੋਚੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲ। ਸਤਿਗੁਰਾਂ ਦੇ ਪਿਤਾ ਸ਼ਹੀਦ ਹੋ ਗਏ 9 ਸਾਲ ਦੀ ਉਮਰ 'ਚ। ਸਤਿਗੁਰਾਂ ਦਾ ਜੋ ਘਰ ਸੀ ਆਨੰਦਪੁਰ ਸਾਹਿਬ, ਉਹ ਛੁੱਟ ਗਿਆ ਸਦਾ ਦੇ ਵਾਸਤੇ। ਸਤਿਗੁਰਾਂ ਦੇ ਜੋ 4 ਬੱਚੇ ਸੀ ਉਹ ਵੀ ਸ਼ਹੀਦ ਹੋ ਗਏ, 2 ਚਮਕੌਰ ਦੇ ਵਿੱਚ ਤੇ 2 ਸਰਹੰਦ ਦੇ ਵਿੱਚ। ਤੇ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਹਾਰ ਨੂੰ ਦਿਲ ਤੇ ਲਾਇਆ? ਨਹੀਂ, ਬਿਲਕੁਲ ਵੀ ਨਹੀਂ। ਸਤਿਗੁਰਾਂ ਨੇ ਉਸ ਤੋਂ ਬਾਅਦ ਵੀ ਚੜ੍ਹਦੀ ਕਲਾ ਦਾ ਸਬੂਤ ਦਿੱਤਾ। ਜੋ ਹੋਣਾ ਸੀ ਉਹ ਹੋ ਗਿਆ, ਅੱਗੇ ਕੀ ਕਰਨਾ ਹੈ ਇਹਦੀ ਸੋਚੀਏ। ਉਹਦੀ ਐਸੀ ਸੋਚੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੁਛ ਹੀ ਸਮੇਂ ਬਾਅਦ ਮੁਕਤਸਰ ਦੀ ਲੜਾਈ ਫੇਰ ਜਿੱਤੀ। ਔਰ ਉਹ ਲੜਾਈ ਜਿੱਤਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਜਾ ਕੇ ਫਿਰ ਤਲਵੰਡੀ ਸਾਬੋ ਦੇ ਵਿੱਚ ਕਰਕੇ ਸਾਬਤ ਕਰ ਦਿੱਤਾ ਕਿ ਜੋ ਮਰਦ ਹੁੰਦੇ ਆ, ਜੋ ਬਹਾਦਰ ਹੁੰਦੇ ਆ, ਇਹਨਾਂ ਨੂੰ ਕੋਈ ਵੀ ਹਾਰਾਂ ਤੋੜ ਨਹੀਂ ਸਕਦੀਆਂ। ਇਹ ਕਦੇ ਵੀ ਹਾਰ ਕੇ ਵੀ ਨਹੀਂ ਹਾਰਦੇ, ਕਿਉਂਕਿ ਇਸੇ ਦਾ ਹੀ ਨਾਮ ਹੈ ਜ਼ਿੰਦਗੀ। ਕਿਉਂਕਿ ਮਰਦ ਉਹ ਹੁੰਦੇ ਆ ਜੋ ਹਾਰ ਕੇ ਵੀ ਨਾ ਹਾਰਨ, ਹਮੇਸ਼ਾ ਹੀ ਜੋ ਜਿੱਤ ਵੀ ਜਾਣ ਤੇ ਅਗਲੀਆਂ ਜਿੱਤਾਂ ਦੇ ਵੱਲ ਚੱਲਦੇ ਰਹਿਣ। ਕਿਉਂਕਿ ਜ਼ਿੰਦਗੀ ਨਦੀ ਦੇ ਵਾਂਗ ਹੈ,
ਜਿਵੇਂ ਨਦੀ ਦੇ ਵਿੱਚ ਜੋ ਪਾਣੀ ਅੱਜ ਵਹਿ ਰਿਹਾ ਇਸ ਨੇ ਕੱਲ ਨਹੀਂ ਬਹਿਣਾ। ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਜੋ ਸਮਾਂ ਅੱਜ ਆਇਆ ਨੇ ਕੱਲ ਨਹੀਂ ਹੋਣਾ। ਔਰ ਮੈਂ ਇਹੀ ਕਹਿ ਦੇਵਾਂ, ਹਾਰ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਰਾਤ, ਔਰ ਜਿੱਤ ਐਵੇਂ ਹੈ ਜਿਸ ਤਰ੍ਹਾਂ ਦਿਨ। ਜਰਾ ਸੋਚੋ, ਜੇ ਦਿਨ ਔਰ ਰਾਤ ਇਹ ਦੋਵੇਂ ਨਾ ਹੋਣ ਤੇ ਕੀ ਬਣੇ। ਜੇ ਇਕੱਲਾ ਦਿਨ ਹੀ ਦਿਨ ਹੋਵੇ ਤੇ ਇਹ ਦੁਨੀਆ ਕਿਹੋ ਜਿਹੀ ਹੋਵੇਗੀ। ਬੜੀ ਦੁਨੀਆ ਜਿਹੜੀ ਹੈ ਉਹ ਡਰਾਵਣੀ ਹੋ ਜਾਏਗੀ। ਰੱਬ ਨੇ ਜਿਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਦਿਨ ਤੇ ਰਾਤ ਬਣਾਏ ਆ, ਇੱਦਾਂ ਹੀ ਸਾਡੀ ਜ਼ਿੰਦਗੀ 'ਚ ਜਿੱਤਾਂ ਤੇ ਹਾਰਾਂ ਬਣਾਈਆਂ ਨੇ। ਜਿਸ ਤਰ੍ਹਾਂ ਰੱਬ ਨੇ ਗਰਮੀ ਬਣਾਈ ਹੈ, ਸਰਦੀ ਬਣਾਈ ਹੈ, ਇਹ ਮੌਸਮ ਬਣਾਏ ਨੇ, ਇੱਦਾਂ ਹੀ ਸਾਡੇ ਅੰਦਰ ਵੀ ਇਹ ਮੌਸਮ ਚੱਲਦੇ ਹੀ ਰਹਿਣੇ ਆ। ਕਦੇ ਅਸੀਂ ਹਾਰਨਾ ਹੈ, ਕਦੇ ਜਿੱਤਣਾ ਹੈ, ਕਦੇ ਉਦਾਸ ਹੋਣਾ ਹੈ, ਕਦੇ ਖੁਸ਼ ਹੋਣਾ ਹੈ। ਪਰ ਕਿਸੇ ਵੀ ਚੀਜ਼ ਨੂੰ ਐਸਾ ਹੈ ਕਿ ਇਸ ਜਗ੍ਹਾ 'ਤੇ ਗਰਾਰੀ ਫਸਣੀ ਨਹੀਂ ਚਾਹੀਦੀ। ਕਿਉਂਕਿ ਯਾਦ ਰੱਖਿਓ ਜੀ, ਕਾਰ ਦੇ ਗੇਅਰ ਜਦੋਂ ਤੱਕ ਚੱਲਦੇ ਰਹਿਣ ਬਹੁਤ ਵਧੀਆ, ਪਰ ਜੇ ਕਿਤੇ ਗੇਅਰ ਫਸ ਜਾਵੇ ਤੇ ਉਹ ਬੜੀ ਮੁਸ਼ਕਲ ਕਰਦਾ ਹੈ ਫਿਰ ਕਾਰ ਦਾ ਅੱਗੇ ਵਧਣਾ। ਦੂਜੇ ਗੇਅਰ 'ਚ ਜਾਣਾ ਔਖਾ ਹੋ ਜਾਂਦਾ ਹੈ। ਔਰ ਜਦੋਂ ਹਾਰ ਵੀ ਆ ਜਾਏ ਤੇ ਕੋਈ ਗੱਲ ਨਹੀਂ। ਮੈਂ ਇੱਥੇ ਤੁਹਾਨੂੰ ਪ੍ਰੋਫੈਸਰ ਪੂਰਨ ਸਿੰਘ ਦੀ ਇੱਕ ਗੱਲ ਦੱਸਾਂ। ਪ੍ਰੋਫੈਸਰ ਪੂਰਨ ਸਿੰਘ ਨੇ ਖੇਤੀ ਕਰ ਲਈ, ਮਾਸਟਰ ਸੀ, ਤੇ ਮਾਸਟਰੀ ਤੋਂ ਬਾਅਦ ਮਨ 'ਚ ਚੀਜ਼ ਆਈ, ਖੇਤੀ ਕਰ ਲਈ। ਹੁਣ ਖੇਤੀ ਦੇ ਵਿੱਚ ਜਾ ਕੇ ਮਿਹਨਤ ਬੜੀ ਹੁੰਦੀ ਸੀ, ਸਭ ਕੁਛ। ਪਰ ਕੀ ਹੋਇਆ, ਇੱਕ ਵਾਰ ਉਹਨਾਂ ਦਾ ਜਿਹੜਾ ਖੇਤ ਸੀ, ਉਹਨਾਂ ਖੇਤਾਂ ਨੂੰ ਦਰਿਆ ਰੋੜ ਕੇ ਲੈ ਗਿਆ। ਤੇ ਪੂਰਨ ਸਿੰਘ ਨੇ ਉਸ 'ਤੇ ਵੀ ਕਵਿਤਾ ਲਿਖ ਦਿੱਤੀ ਸੀ, ਭਰਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਔਰ ਇਸੇ ਤਰ੍ਹਾਂ ਹੀ ਥਾਮਸ ਐਡੀਸਨ ਦੀ ਉਦਾਹਰਨ ਲੈ ਲਵੋ। ਬਹੁਤ ਵੱਡਾ ਵਿਗਿਆਨਕ, ਬਹੁਤ ਕੁਛ ਉਹਦੇ ਕੋਲ। ਔਰ ਥਾਮਸ ਐਡੀਸਨ ਸਾਹਿਬ ਦੇ ਨਾਲ ਵੀ ਇਹੋ ਹੀ ਹੋਇਆ ਕਿ ਉਹਨਾਂ ਦੀ ਜਿਹੜੀ ਪ੍ਰਯੋਗਸ਼ਾਲਾ ਸੀ, ਜੋ ਲੈਬੋਰਟਰੀ ਸੀ, ਲੈਬੋਰਟਰੀ ਨੂੰ ਅੱਗ ਲੱਗ ਗਈ। ਲੱਖਾਂ ਡਾਲਰਾਂ ਦਾ ਸਮਾਨ ਵਿੱਚ ਸੜ ਰਿਹਾ ਸੀ। ਪਰ ਐਡੀਸਨ ਸਾਹਿਬ ਉਸ ਵੇਲੇ ਖੜੇ ਹੱਸ ਰਹੇ ਸਨ ਤੇ ਕਹਿ ਰਹੇ ਸਨ, ਮੇਰੀਆਂ ਜਿੰਨੀਆਂ ਪੁਰਾਣੀਆਂ ਗਲਤੀਆਂ ਸੀ ਉਹ ਸਾਰੀਆਂ ਹੀ ਗਲਤੀਆਂ ਸੜ ਰਹੀਆਂ ਨੇ, ਔਰ ਹੁਣ ਮੈਂ ਕੁਛ ਹੋਰ ਨਵਾਂ, ਹੋਰ ਵਧੀਆ ਕਰਕੇ ਵਿਖਾਵਾਂਗਾ। ਔਰ ਤੁਸੀਂ ਵੀ ਕਰ ਸਕਦੇ ਹੋ। ਜੋ ਹੋ ਗਿਆ ਸੋ ਹੋ ਗਿਆ, ਛੱਡੋ ਦੋਸਤੋ। ਬਸ ਹਾਰ ਨੂੰ ਦਿਲ 'ਤੇ ਨਹੀਂ ਲੈਣਾ। ਐਸਾ ਨਹੀਂ ਹੈ, ਉਹ ਲੋਕ ਨਾਮਰਦ ਹੁੰਦੇ ਆ ਜਿਹੜੇ ਕਿਸੇ ਨਿੱਕੀ ਜੀ ਹਾਰ ਕਰਕੇ ਪੜ੍ਹਾਈ ਛੱਡ ਜਾਂਦੇ ਆ। ਕੀ ਹੋਇਆ, ਮੈਂ ਫੇਲ ਹੋ ਗਿਆ, ਇਸ ਲਈ ਹੁਣ ਮੈਂ ਅੱਗੇ ਪੜ੍ਹਨਾ ਹੀ ਨਹੀਂ। ਇਸੇ ਕਰਕੇ ਇੱਕ ਨੌਕਰੀ ਤੋਂ ਕੀ ਹੋਇਆ ਜੇਕਰ ਕੱਢ ਦਿੱਤਾ ਗਿਆ, ਹੁਣ ਤੇ ਨੌਕਰੀ ਕਰਨੀ ਹੀ ਨਹੀਂ। ਇੱਕ ਬਿਜ਼ਨਸ ਦੇ ਵਿੱਚ ਫੇਲ ਹੋ ਗਿਆ, ਹੁਣ ਘਰ ਬੈਠ ਗਿਆ, ਹੁਣ ਤੇ ਬਿਜ਼ਨਸ ਕਰਨਾ ਹੀ ਨਹੀਂ। ਐਸਾ ਨਹੀਂ ਹੈ। ਜ਼ਿੰਦਗੀ ਦੇ ਵਿੱਚ ਯਾਦ ਰੱਖੋ, ਜੋ ਅੱਗੇ ਤੁਹਾਨੂੰ ਮਿਲਣ ਵਾਲਾ ਹੈ ਉਹ ਬਹੁਤ ਵਧੀਆ ਮਿਲਣ ਵਾਲਾ ਹੈ। ਬਸ ਤੁਸੀਂ ਮਿਹਨਤ ਕਰਨੀ ਨਾ ਛੱਡੋ। ਅਸਲ ਮਰਦ ਉਹ ਜੋ ਮਿਹਨਤ ਕਰਦੇ ਰਹਿੰਦੇ ਆ, ਜੋ ਨਵਾਂ ਕੁਛ ਨਾ ਕੁਛ ਕਰਦੇ ਰਹਿੰਦੇ ਆ, ਹਰ ਵੇਲੇ ਨਵਾਂ ਸੋਚਦੇ ਰਹੋ, ਕਰਦੇ ਰਹੋ। ਔਰ ਤੁਹਾਡਾ ਗੁਰੂ, ਤੁਹਾਡਾ ਵਾਹਿਗੁਰੂ, ਤੁਹਾਡਾ ਪਰਮਾਤਮਾ ਤੁਹਾਡੇ ਵੱਲ ਹੈ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ। ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੇ, ਖਾਏ ਖਰਚ ਰਹੰਦਾ। ਜ਼ਿੰਦਗੀ 'ਚ ਤੁਹਾਨੂੰ ਕੋਈ ਟੋਟ ਨਹੀਂ ਆਉਣੀ, ਕਿਉਂਕਿ ਤੁਹਾਡਾ ਗੁਰੂ ਤੁਹਾਡੇ ਨਾਲ ਹੈ। ਤੇ ਦੋਸਤੋ, ਫਿਰ ਮੈਂ ਕੋਈ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਬਹੁਤ ਜਲਦੀ ਹੋਵਾਂਗਾ। ਬਸ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਆ, ਤੁਹਾਡਾ ਥੈਂਕਸ। ਔਰ ਨਾਲ ਹੀ ਜੇਕਰ ਤੁਸੀਂ ਇਸ ਨੂੰ ਸਬਸਕ੍ਰਾਈਬ ਕਰ ਦਿੱਤਾ ਹੈ ਸਾਡੇ ਚੈਨਲ ਨੂੰ, ਉਹਦੇ ਲਈ ਤੁਹਾਡਾ ਡਬਲ ਥੈਂਕਸ। ਜੇਕਰ ਤੁਸੀਂ ਇਸ ਨੂੰ ਦੇਖ ਰਹੇ ਹੋ ਫੇਸਬੁੱਕ 'ਤੇ, ਔਰ ਫੇਸਬੁੱਕ 'ਤੇ ਵੀ ਜੇਕਰ ਤੁਸੀਂ ਸਾਡੇ ਇਸ ਪੇਜ ਨੂੰ ਲਾਈਕ ਕਰ ਦਿੱਤਾ ਹੈ, ਨਾਲ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ, ਕਮੈਂਟ ਵੀ ਕਰੋ। ਦੱਸੋ ਨਵੀਂ ਵੀਡੀਓ ਆਪਾਂ ਕਿਹੜੇ ਵਿਸ਼ੇ 'ਤੇ ਲੈ ਕੇ ਆਈਏ, ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ। ਦਿਲ ਖੋਲ੍ਹ ਕੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰੋ। ਤੇ ਨਵੀਂ ਵੀਡੀਓ ਲੈ ਕੇ ਮੈਂ ਫਿਰ ਬਹੁਤ ਜਲਦੀ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਦਿਓ ਇਜਾਜ਼ਤ ਆਪਣੇ ਡਿਵਾਈਨ ਤੇ ਦਿਲਦਾਰ ਹਮਸਫਰ ਗੁਰਵੇਲ ਸਿੰਘ ਨੂੰ। ਔਰ ਵੇਖਦੇ ਰਹੋ ਸਦਾ ਹੀ ਗੁਰਵੇਲ ਸਿੰਘ ਮੋਟੀਵੇਸ਼ਨਲ ਸ਼ੋ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।